ਵਿਹੜੇ ਵਿੱਚ ਬੈਠੀ ਪਾਠ ਕਰ ਰਹੀ ਸੀ ਤੇ ਆਪਣੇ ਪੁੱਤ ਦੀ ਤਰੱਕੀ ਲਈ ਰੱਬ ਦੇ ਅੱਗੇ ਅਰਦਾਸ ਕਰ ਰਹੀ ਸੀ। ਇੰਨੇ ਵਿੱਚ ਪੁੱਤ ਆਇਆ ਤੇ ਆਉਂਦੇ ਹੀ ਆਪਦੀ ਘਰਵਾਲੀ ਨੂੰ ਆਵਾਜ਼ ਮਾਰੀ ਤੇ ਕਹਿਣ ਲੱਗਿਆ, ਇੱਧਰ ਆ, ਤੈਨੂੰ ਇੱਕ ਖੁਸ਼ਖਬਰੀ ਦੱਸਣੀ ਹੈ। ਉਸ ਦੀ ਘਰਵਾਲੀ ਆਈ ਤਾਂ ਕਹਿਣ ਲੱਗੀ, ਦੱਸੋ ਕੀ ਗੱਲ ਹੈ। ਤਾਂ ਉਸਨੇ ਆਪਣੀ ਘਰਵਾਲੀ ਨੂੰ ਕਿਹਾ, ਅੱਜ ਮੇਰਾ ਅਫਸਰ ਘਰ ਆ ਰਿਹਾ ਹੈ ਤੇ ਰਾਤ ਦੀ ਰੋਟੀ ਆਪਣੇ ਨਾਲ ਹੀ ਖਾਣਗੇ। ਰਾਤ ਦਾ ਡਿਨਰ ਇੰਨਾ ਵਧੀਆ ਹੋਣਾ ਚਾਹੀਦਾ ਕਿ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਜੇ ਅੱਜ ਮੇਰੇ ਤੋਂ ਮੇਰਾ ਅਫਸਰ ਖੁਸ਼ ਹੋ ਗਿਆ ਤਾਂ ਹੋ ਸਕਦਾ ਮੇਰੀ ਤਰੱਕੀ ਹੋ ਜਾਵੇ। ਨੇਹਾ ਨੇ ਖੁਸ਼ ਹੋ ਕੇ ਕਿਹਾ, ਤੁਸੀਂ ਸੱਚ ਕਹਿ ਰਹੇ ਹੋ। ਜੇ ਤੁਹਾਡੀ ਤਰੱਕੀ ਹੋ ਗਈ ਤਾਂ ਹੋਰ ਕੀ ਚਾਹੀਦਾ। ਅੱਜ ਰਾਤ ਦੀ ਰੋਟੀ ਬਹੁਤ ਸ਼ਾਨਦਾਰ ਹੋਊਗੀ। ਮੈਂ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣ ਦੇਵਾਂਗੀ। ਤੁਸੀਂ ਫਿਕਰ ਨਾ ਕਰੋ। ਜਦੋਂ ਮਾਂ ਨੇ ਖੁਸ਼ਖਬਰੀ ਸੁਣੀ ਤਾਂ ਪੁੱਤ ਦੀ ਨਜ਼ਰ ਉਤਾਰਨ ਲਈ ਅੱਗੇ ਵਧੀ ਤੇ ਕਹਿਣ ਲੱਗੀ, ਮੇਰਾ ਪੁੱਤ, ਪਰਮਾਤਮਾ ਤੈਨੂੰ ਏਦਾਂ ਹੀ ਤਰੱਕੀਆਂ ਦੇਵੇ, ਤੂੰ ਜ਼ਿੰਦਗੀ 'ਚ ਜੋ ਮੰਗੇ ਤੈਨੂੰ ਮਿਲ ਜਾਵੇ। ਜਦੋਂ ਮਾਂ ਨੇ ਆਪਣੇ ਪੁੱਤ ਨੂੰ ਗਲੇ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁੱਤ ਥੋੜਾ ਪਰੇ ਹੋ ਕੇ ਕਹਿਣ ਲੱਗਿਆ, ਮਾਂ, ਤੇਰੇ ਹੁੰਦੇ ਤਾਂ ਮੇਰੀ ਤਰੱਕੀ ਨਹੀਂ ਹੋ ਸਕਦੀ। ਜੇ ਤੁਹਾਨੂੰ ਆਪਣੇ ਪੁੱਤ ਦੀ ਤਰੱਕੀ ਦੀ ਇੰਨੀ ਚਿੰਤਾ ਤਾਂ ਤੁਸੀਂ ਸਾਰੀ ਜ਼ਮੀਨ ਮੇਰੇ ਨਾਲ ਕਿਉਂ ਨਹੀਂ ਕਰ ਦਿੰਦੇ। ਮਾਂ ਨੇ ਕਿਹਾ, ਧੀਏ, ਜੋ ਮੇਰਾ ਹੈ ਉਹ ਤੇਰਾ ਹੈ, ਮੇਰਾ ਪੁੱਤ ਦਾ ਹੀ ਹੈ। ਮੇਰੇ ਜਾਣ ਤੋਂ ਬਾਅਦ ਸਭ ਕੁਝ ਤੁਹਾਨੂੰ ਹੀ ਮਿਲ ਜਾਣਾ ਹੈ। ਫਿਰ ਮਾਂ ਨੇ ਕਿਹਾ, ਪੁੱਤ, ਮੈਨੂੰ ਇੱਕ ਗੱਲ ਦੱਸ ਕਿ ਮੈਂ ਤੇਰੀ ਤਰੱਕੀ 'ਚ ਕਿਹੜੀ ਰੁਕਾਵਟ ਬਣੀ ਆ। ਓਨੀ ਹੀ ਉੱਚੀ ਆਵਾਜ਼ 'ਚ ਪੁੱਤ ਨੇ ਕਿਹਾ, ਮਾਂ, ਤੂੰ ਜਾਣਦੀ ਹੈ ਮੇਰੀ ਤਰੱਕੀ ਵਿੱਚ ਤੂੰ ਰੁਕਾਵਟ ਕਿਵੇਂ ਹੈ। ਤਾਂ ਸੁਣ, ਮੇਰਾ ਅਫਸਰ ਵਿਦੇਸ਼ 'ਚ ਰਹਿਣ ਵਾਲਾ ਅਮੀਰ ਆਦਮੀ ਹੈ ਤੇ ਤੂੰ ਮੈਨੂੰ ਤੇ ਆਪਣੀ ਨੂੰਹ ਨੂੰ ਦੇਖ ਲਾ, ਅਸੀਂ ਕਿੰਨੇ ਸੋਹਣੇ ਤੇ ਸਾਫ਼ ਸੁਥਰੇ ਲੱਗਦੇ ਹਾਂ। ਤੇ ਤੂੰ ਆਪਣਾ ਦੇਖ, ਤੇਰਾ ਚਿਹਰਾ ਬੁਢਾਪੇ ਵਿੱਚ ਕਿੰਨਾ ਬਦਸੂਰਤ ਹੋ ਗਿਆ। ਨਾ ਤੈਨੂੰ ਸਹੀ ਕੱਪੜੇ ਪਾਉਣੇ ਆਉਂਦੇ ਨੇ ਤੇ ਨਾ ਹੀ ਤੂੰ ਚੰਗੇ ਤਰੀਕੇ ਨਾਲ ਹੱਥ ਜੋੜ ਸਕਦੀ ਆ। ਤੇਰੇ ਵਾਲ ਚਿੱਟੇ ਹੋ ਗਏ ਨੇ ਤੇ ਹੱਥ ਵੀ ਕੰਬਦੇ ਨੇ ਤੇ ਉੱਤੋਂ ਇਦਾਂ ਦੇ ਸੂਟ ਪਾਉਣੀ ਆ ਜਿੱਦਾਂ ਕੋਈ ਭਿਖਾਰਨ ਹੋਵੇ। ਜੇ ਤੈਨੂੰ ਕਹਿੰਦੇ ਆ ਕਿ ਤੂੰ ਢੰਗ ਦੇ ਕੱਪੜੇ ਪਾ ਲੈ ਤੇ ਤੂੰ ਪਾਉਂਦੀ ਨਹੀਂ। ਕਿੰਨੀ ਵਾਰੀ ਕਿਹਾ ਪੁਰਾਣੇ ਸੂਟ ਪਾਣੇ ਬੰਦ ਕਰ ਦੇ, ਹੁਣ ਨਵੇਂ ਸੂਟ ਲੈ ਲੈ, ਪਰ ਤੈਨੂੰ ਤਾਂ ਸਾਡੇ ਪਿਓ ਦੇ ਦਿੱਤੇ ਪੁਰਾਣੇ ਸੂਟ ਹੀ ਪਾਉਣੇ ਨੇ, ਜਦੋਂ ਕਿ ਉਹ ਹੁਣ ਇਸ ਦੁਨੀਆ ਵਿੱਚ ਨਹੀਂ, ਪਰ ਉਹਨਾਂ ਦੀਆਂ ਦਿੱਤੀਆਂ ਚੀਜ਼ਾਂ ਤੈਨੂੰ ਹਲੇ ਵੀ ਬਹੁਤ ਪਸੰਦ ਨੇ। ਮੈਂ ਜੋ ਕਹਿਣਾ ਹੈ ਉਹ ਤੂੰ ਮੰਨਦੀ ਨਹੀਂ। ਫਿਰ ਪੁੱਤ ਨੇ ਕੁਝ ਅਜਿਹਾ ਕਹਿ ਦਿੱਤਾ ਕਿ ਜਿਸ ਨੂੰ ਸੁਣਨ ਤੋਂ ਪਹਿਲਾਂ ਕੋਈ ਵੀ ਮਾਂ ਮਰ ਜਾਣਾ ਪਸੰਦ ਕਰਦੀ ਹੈ। ਮਾਂ ਨੇ ਕਿਹਾ ਕਿ ਜੇ ਮੈਂ ਤੇਰੀ ਤਰੱਕੀ 'ਚ ਰੁਕਾਵਟ ਆ, ਤੂੰ ਚਿੰਤਾ ਨਾ ਕਰ। ਜਦੋਂ ਤੇਰਾ ਅਫਸਰ ਆਊਗਾ ਮੈਂ ਉਸ ਦੇ ਸਾਹਮਣੇ ਨਹੀਂ ਆਊਂਗੀ, ਕਮਰੇ 'ਚ ਹੀ ਰਹੂੰਗੀ, ਪਰ ਮੇਰੀ ਵਜ੍ਹਾ ਨਾਲ ਤੇਰੀ ਤਰੱਕੀ ਨਹੀਂ ਰੁਕਣੀ ਚਾਹੀਦੀ। ਨੂੰਹ ਨੇ ਮੂੰਹ ਬਣਾ ਲਿਆ ਸੀ ਤੇ ਕਿਹਾ, ਬਹੁਤ ਮਿਹਰਬਾਨੀ ਹੋਊਗੀ ਜੇ ਤੁਸੀਂ ਕਮਰੇ 'ਚ ਹੀ ਰਹੋ। ਸਵਿਤਰੀ ਜੀ ਨੂੰ ਨੂੰਹ ਦੀਆਂ ਗੱਲਾਂ ਤੋਂ ਕੋਈ ਫਰਕ ਨਹੀਂ ਪੈ ਰਿਹਾ ਸੀ। ਫਰਕ ਪੈਂਦਾ ਸੀ ਤਾਂ ਸਿਰਫ ਆਪਣੇ ਪੁੱਤ ਦੀਆਂ ਗੱਲਾਂ ਤੋਂ। ਉਹਨਾਂ ਦਾ ਪੁੱਤ ਬਸ ਚੁੱਪ ਖੜਾ ਸੁਣ ਰਿਹਾ ਸੀ। ਸਵਿਤਰੀ ਜੀ ਆਪਣੇ ਕਮਰੇ ਵਿੱਚ ਚਲੀ ਗਈ ਤੇ ਚੁੱਪਚਾਪ ਬੈਠ ਗਈ ਤੇ ਸੋਚ ਰਹੀ ਸੀ ਕਿ ਅੱਜ ਮੇਰੇ ਪੁੱਤ ਨੇ ਮੈਨੂੰ ਇਕੱਲੇ ਕਮਰੇ ਵਿੱਚ ਛੱਡ ਦਿੱਤਾ ਤੇ ਮੈਂ ਕਦੇ ਉਸ ਨੂੰ ਇਕੱਲਾ ਨਹੀਂ ਛੱਡਿਆ ਸੀ। ਇੱਕ ਦਿਨ ਨਿੱਕੇ ਹੁੰਦੇ ਜਦੋਂ ਮੈਂ ਕਿਤੇ ਬਾਹਰ ਗਈ ਸੀ ਤਾਂ ਉਸਨੇ ਘਰ ਵਿੱਚ ਆਪਣੇ ਆਪ ਨੂੰ ਬੰਦ ਕਰ ਦਿੱਤਾ ਸੀ ਤੇ ਘਰ ਵਿੱਚ ਰੌਸ਼ਨੀ ਵੀ ਨਹੀਂ ਸੀ ਤੇ ਉਹਨਾਂ ਦਾ ਪੁੱਤ ਡਰ ਰਿਹਾ ਸੀ। ਤਾਂ ਮੈਂ ਘਰ ਦੇ ਬਾਹਰ ਤੋਂ ਉਸ ਨੂੰ ਲੋਰੀਆਂ ਸੁਣਾ ਕੇ ਉਸ ਦਾ ਡਰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਅੱਜ ਮੇਰਾ ਹੀ ਪੁੱਤ ਮੇਰੇ ਕੋਲ ਹੋਣ ਕਰਕੇ ਵੀ ਮੈਨੂੰ ਕਮਰੇ ਵਿੱਚ ਬੰਦ ਕਰ ਗਿਆ ਕਿ ਕਿਤੇ ਮੇਰੀ ਵਜ੍ਹਾ ਨਾਲ ਉਸ ਨੂੰ ਆਪਣੇ ਅਫਸਰ ਦੇ ਅੱਗੇ ਸ਼ਰਮਿੰਦਾ ਨਾ ਹੋਣਾ ਪਵੇ। ਸਵਿਤਰੀ ਜੀ ਕਮਰੇ ਵਿੱਚ ਬੈਠੀ ਹੰਝੂ ਬਹਾ ਰਹੀ ਸੀ ਤੇ ਨੂੰਹ ਤੇ ਪੁੱਤ ਆਪਣੇ ਅਫਸਰ ਦੇ ਆਉਣ ਦੀਆਂ ਤਿਆਰੀਆਂ ਕਰ ਰਹੇ ਸੀ। ਘਰ ਵਿੱਚ ਕੁਝ ਪੁਰਾਣਾ ਸਮਾਨ ਸੀ, ਜਿੱਦਾਂ ਕਿ ਸਵਿਤਰੀ ਜੀ ਦੇ ਘਰ ਵਾਲੇ ਦੀ ਪੁਰਾਣੀ ਇੱਕ ਕੁਰਸੀ ਸੀ। ਉਸ ਦੇ ਪੁੱਤ ਨੇ ਚੁੱਕ ਕੇ ਉਹ ਦੂਜੇ ਕਮਰੇ ਵਿੱਚ ਰੱਖ ਦਿੱਤੀ ਅਤੇ ਉਹ ਘਰ ਦੀ ਡੈਕੋਰੇਸ਼ਨ ਕਰਨ ਵਿੱਚ ਲੱਗੇ ਹੋਏ ਸੀ ਅਤੇ ਉਸਨੇ ਘਰ ਵਿੱਚ ਉਸ ਥਾਂ ਦੇ ਉੱਤੇ ਨਵਾਂ ਸੋਫਾ ਲਾ ਦਿੱਤਾ। ਨਵੇਂ ਪਰਦੇ ਲਾਏ ਗਏ। ਘਰ ਨੂੰ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰਕੇ ਸਜਾਇਆ ਗਿਆ। ਡਿਨਰ ਸੈੱਟ ਵੀ ਨਵਾਂ ਲੈ ਕੇ ਆਏ। ਘਰ ਵਿੱਚ ਗੁਲਦਸਤੇ ਤੇ ਤਾਜ਼ੇ ਫੁੱਲਾਂ ਨਾਲ ਡੈਕੋਰੇਸ਼ਨ ਕੀਤੀ ਗਈ। ਸ਼ਾਮ ਹੋ ਗਈ ਤੇ ਅਫਸਰ ਨੇ ਆ ਕੇ ਡੋਰਬੈਲ ਮਾਰੀ। ਨੂੰਹ ਨੇ ਦਰਵਾਜ਼ਾ ਖੋਲ੍ਹਿਆ ਤੇ ਉਹਨਾਂ ਦਾ ਸਵਾਗਤ ਕੀਤਾ। ਉਹਨਾਂ ਦੇ ਅਫਸਰ ਨੂੰ ਸਾਰਾ ਘਰ ਬਹੁਤ ਪਸੰਦ ਆਇਆ ਤੇ ਘਰ ਦੀ ਡੈਕੋਰੇਸ਼ਨ ਬਹੁਤ ਚੰਗੀ ਲੱਗੀ। ਉਸਦੀ ਘਰਵਾਲੀ ਵੀ ਉਸ ਦੇ ਨਾਲ ਸੀ। ਉਸ ਨੂੰ ਵੀ ਉਹਨਾਂ ਦੇ ਘਰ ਦੀ ਸਜਾਵਟ ਤੇ ਡੈਕੋਰੇਸ਼ਨ ਬਹੁਤ ਪਸੰਦ ਆਈ ਤੇ ਉਹਨਾਂ ਦੇ ਘਰ ਵਿੱਚ ਲੱਗੇ ਪਰਦੇ ਉਸ ਦੀ ਘਰਵਾਲੀ ਨੂੰ ਬਹੁਤ ਪਸੰਦ ਆਏ ਤੇ ਉਸਨੇ ਕਿਹਾ ਕਿ ਤੁਸੀਂ ਇਹ ਪਰਦੇ ਕਿੱਥੋਂ ਲਿੱਤੇ ਨੇ, ਇਸ ਤੇ ਬਣਿਆ ਡਿਜ਼ਾਈਨ ਬਹੁਤ ਵਧੀਆ ਹੈ। ਫਿਰ ਉਸਨੇ ਕਿਹਾ ਕਿ ਮੈਨੂੰ ਵੀ ਇਹੋ ਜਿਹੇ ਪਰਦੇ ਆਪਣੇ ਘਰ ਲਈ ਚਾਹੀਦੇ ਨੇ। ਫਿਰ ਸਵਿਤਰੀ ਜੀ ਦੇ ਪੁੱਤ ਨੇ ਕਿਹਾ ਕਿ ਇਹ ਪਰਦੇ ਤੇ ਡਿਜ਼ਾਈਨ ਤਾਂ
ਮੇਰੀ ਮਾਂ ਨੇ ਬਣਾਇਆ ਹੈ। ਉਹਨਾਂ ਦਾ ਅਫਸਰ ਬਹੁਤ ਖੁਸ਼ ਹੋਇਆ ਤੇ ਕਹਿਣ ਲੱਗਿਆ, ਤੁਹਾਡੀ ਮਾਂ ਕਿੱਥੇ ਹੈ? ਪਰ ਪੁੱਤ ਤਾਂ ਆਪਣੀ ਮਾਂ ਨੂੰ, ਆਪਣੇ ਅਫਸਰ ਨੂੰ ਮਿਲਾਉਣਾ ਨਹੀਂ ਚਾਹੁੰਦਾ ਸੀ, ਕਿਉਂਕਿ ਉਸ ਨੂੰ ਮਾਂ ਦੀ ਬਦਸੂਰਤੀ ਕਰਕੇ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ। ਉਸਨੇ ਇਹ ਵੀ ਸੋਚਿਆ ਕਿ ਕਿਤੇ ਮੇਰੀ ਮਾਂ ਨੂੰ ਮਿਲਾਉਣ ਤੋਂ ਬਾਅਦ ਉਸ ਦੀ ਤਰੱਕੀ ਜੇ ਨਾ ਹੋਈ ਤਾਂ ਫੇਰ। ਇਸ ਡਰ ਤੋਂ ਉਸਨੇ ਆਪਣੇ ਅਫਸਰ ਨੂੰ ਝੂਠ ਕਹਿ ਦਿੱਤਾ ਕਿ ਮੇਰੀ ਮਾਂ ਨੂੰ ਮਰੇ ਤਾਂ 2 ਸਾਲ ਹੋ ਗਏ। ਉਸਦੇ ਅਫਸਰ ਤੇ ਉਸਦੀ ਘਰਵਾਲੀ ਨੇ ਬੜੇ ਦੁੱਖ ਨਾਲ ਕਿਹਾ, ਸਾਨੂੰ ਇਹ ਸਵਾਲ ਨਹੀਂ ਕਰਨਾ ਚਾਹੀਦਾ ਸੀ, ਸਾਨੂੰ ਮਾਫ਼ ਕਰ ਦਿਓ। ਸਾਨੂੰ ਬਹੁਤ ਦੁੱਖ ਹੈ ਕਿ ਤੁਹਾਡੀ ਮਾਂ ਇਸ ਦੁਨੀਆ ਵਿੱਚ ਨਹੀਂ ਹੈ। ਤੇ ਕਹਿਣ ਲੱਗੇ, ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਮਾਂ ਨੂੰ ਮਰਿਆ ਹੋਇਆ ਦੱਸ ਦਿੱਤਾ ਤੇ ਜਦੋਂ ਇਹ ਗੱਲ ਮਾਂ ਦੇ ਕੰਨਾਂ ਵਿੱਚ ਪਈ ਤਾਂ ਉਹ ਰੋਣ ਲੱਗੀ। ਉਸ ਦੀਆਂ ਅੱਖਾਂ ਵਿੱਚ ਹੰਝੂ ਆਉਣ ਲੱਗੇ ਕਿ ਪਰਮਾਤਮਾ, ਇਹ ਦਿਨ ਮੈਨੂੰ ਕਿਉਂ ਦਿਖਾਇਆ ਸੀ ਕਿ ਉਸ ਦੇ ਪੁੱਤ ਨੇ ਉਸ ਨੂੰ ਜਿਉਂਦੇ ਹੋਏ ਵੀ ਮਰਿਆ ਦੱਸ ਦਿੱਤਾ। ਇੱਕ ਵਾਰੀ ਕਿਸੇ ਗੱਲ ਦੇ ਉੱਤੇ ਗਵਾਂਢ ਵਿੱਚ ਮਾਂ ਦੀ ਲੜਾਈ ਹੋ ਗਈ ਸੀ ਤੇ ਗਵਾਂਢ ਵਾਲਿਆਂ ਨੇ ਮਾਂ ਦੇ ਪੁੱਤ ਨੂੰ ਕਹਿ ਦਿੱਤਾ ਸੀ ਕਿ ਮੈਂ ਤਾਂ ਕਹਿਨੀ ਆ ਤੇਰਾ ਪੁੱਤ ਮਰ ਜਾਵੇ। ਤੇ ਮਾਂ ਤੋਂ ਇਹ ਗੱਲ ਸਹਿਣ ਨਹੀਂ ਸੀ ਹੋਈ ਤੇ ਉਸਨੇ ਉਸ ਗਵਾਂਢਣ ਨੂੰ ਕਿੰਨੀਆਂ ਗੱਲਾਂ ਸੁਣਾਈਆਂ ਸੀ। ਕੁਝ ਦਿਨ ਪਹਿਲਾਂ ਦੀ ਤਾਂ ਗੱਲ ਹੈ, ਜਦੋਂ ਸਾਵਿਤਰੀ ਜੀ ਮੰਦਿਰ ਗਈ ਸੀ ਤਾਂ ਪੰਡਤ ਜੀ ਨੇ ਪੁੱਛਿਆ ਸੀ ਕਿ ਤੁਸੀਂ ਰੋਜ਼ ਮੰਦਿਰ ਆਉਂਦੇ ਹੋ, ਇਹ ਮੰਨਤ ਦਾ ਧਾਗਾ ਕਿਸ ਲਈ ਬੰਨ੍ਹਦੇ ਹੋ? ਤਾਂ ਸਾਵਿਤਰੀ ਜੀ ਨੇ ਹੱਸ ਕੇ ਕਿਹਾ ਸੀ ਕਿ ਇਹ ਮੈਂ ਆਪਣੇ ਪੁੱਤ ਲਈ ਕਰਦੀ ਹਾਂ, ਕਿ ਮੇਰੇ ਪੁੱਤ ਦੀਆਂ ਸਾਰੀਆਂ ਦੁੱਖ ਤਕਲੀਫਾਂ ਮੈਨੂੰ ਮਿਲ ਜਾਣ ਤੇ ਮੇਰੇ ਹਿੱਸੇ ਦੀਆਂ ਜਿੰਨੀਆਂ ਵੀ ਖੁਸ਼ੀਆਂ ਨੇ ਉਸ ਨੂੰ ਮਿਲ ਜਾਣ ਤੇ ਉਸ ਨੂੰ ਮੇਰੀ ਵੀ ਉਮਰ ਲੱਗ ਜਾਵੇ। ਅੱਜ ਉਸ ਦੇ ਪੁੱਤ ਨੇ ਆਪਣੀ ਤਰੱਕੀ ਲਈ ਮਾਂ ਨੂੰ ਮਰਿਆ ਦੱਸ ਦਿੱਤਾ। ਮਾਂ ਦੀਆਂ ਅੱਖਾਂ ਵਿੱਚ ਹੰਝੂ ਆ ਰਹੇ ਸੀ। ਨੂੰਹ ਤੇ ਪੁੱਤ ਅਫਸਰ ਤੇ ਉਸ ਦੀ ਘਰਵਾਲੀ ਨਾਲ ਰੋਟੀ ਖਾ ਰਹੇ ਸੀ। ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣੇ ਸੀ। ਜਦੋਂ ਪੁੱਤ ਮੂੰਹ 'ਚ ਪਹਿਲੀ ਬੁਰਕੀ ਪਾਉਣ ਲੱਗਿਆ ਤਾਂ ਉਸ ਨੂੰ ਖਿਆਲ ਆਇਆ ਕਿ ਮਾਂ ਨੇ ਸਵੇਰ ਦਾ ਕੁਝ ਨਹੀਂ ਖਾਇਆ। ਪਰ ਮਾਂ ਦੇ ਕੋਲ ਰੋਟੀ ਲੈ ਕੇ ਜਾਂਦਾ ਤਾਂ ਉਸ ਦੀ ਤਰੱਕੀ ਦਾ ਸਵਾਲ ਸੀ, ਇਸ ਲਈ ਚੁੱਪ ਕਰ ਗਿਆ ਤੇ ਮਾਂ ਕਮਰੇ ਵਿੱਚ ਭੁੱਖੀ ਪਿਆਸੀ ਬੈਠੀ ਰਹੀ ਤੇ ਬਾਹਰ ਸਾਰੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾ ਰਹੇ ਸਨ। ਤੇ ਮਾਂ ਨੇ ਅਲਮਾਰੀ ਵਿੱਚੋਂ ਪੁੱਤ ਦੇ ਛੋਟੇ ਹੁੰਦੇ ਦੇ ਸਾਰੇ ਖਿਡੌਣੇ ਕੱਢ ਲਏ ਤੇ ਪੁਰਾਣੀ ਯਾਦਾਂ ਵਿੱਚ ਖੋ ਗਈ। ਫਿਰ ਸੋਚਣ ਲੱਗੀ ਕਿ ਇੱਕ ਵਾਰੀ ਜਦੋਂ ਉਸ ਦਾ ਘਰਵਾਲਾ ਆਪਣੇ ਪੁੱਤ ਨੂੰ ਲੈ ਕੇ ਗਿਆ ਸੀ ਤਾਂ ਬਹੁਤ ਦੇਰ ਹੋ ਗਈ ਸੀ ਤੇ ਮਾਂ ਕਦੇ ਵੀ ਆਪਣੇ ਪੁੱਤ ਨੂੰ ਰੋਟੀ ਖਵਾਏ ਬਿਨਾਂ ਨਹੀਂ ਖਾਂਦੀ ਸੀ ਅਤੇ ਉਹ ਉਸ ਦਿਨ ਵੀ ਭੁੱਖੀ ਬੈਠੀ ਰਹੀ, ਜਦੋਂ ਤੱਕ ਮੇਰਾ ਪੁੱਤ ਨਹੀਂ ਆਉਂਦਾ ਮੈਂ ਰੋਟੀ ਨਹੀਂ ਖਾ ਸਕਦੀ। ਕਿਉਂਕਿ ਉਸ ਦਿਨ ਤਾਂ ਪੁੱਤ ਦੂਰ ਸੀ, ਮਾਂ ਨੇ ਰੋਟੀ ਨਹੀਂ ਸੀ ਖਾਧੀ ਤੇ ਮਾਂ ਪੁੱਤ ਤੋਂ 4 ਕਦਮਾਂ ਦੀ ਦੂਰੀ ਤੇ ਸੀ ਤੇ ਪੁੱਤ ਰੋਟੀ ਖਾ ਰਿਹਾ ਸੀ। ਮਾਂ ਆਪਣੇ ਦਰਦ ਨੂੰ ਬਿਆਨ ਨਹੀਂ ਕਰ ਸਕਦੀ ਸੀ ਕਿਉਂਕਿ ਉਸ ਦੇ ਦੁੱਖ ਨੂੰ ਸੁਣਨ ਵਾਲਾ ਕੋਈ ਨਹੀਂ ਸੀ। ਉਹ ਆਪਣੇ ਦੁੱਖ ਨੂੰ ਦਿਲ ਦੇ ਵਿੱਚ ਹੀ ਦੱਬ ਕੇ ਚੁੱਪ ਕਰਕੇ ਬਹਿ ਗਈ। ਪਰ ਮਾਂ ਨੂੰ ਕੀ ਪਤਾ ਸੀ ਕਿ ਕੁਦਰਤ ਦਾ ਕਹਿਰ ਹਲੇ ਬਾਕੀ ਹੈ। ਉਸ ਦੇ ਦਿਲ ਵਿੱਚ ਇੱਛਾ ਸੀ ਕਿ ਮੈਂ ਪੋਤੇ ਪੋਤੀਆਂ ਦਾ ਮੂੰਹ ਵੇਖਾਂ। ਵੈਸੇ ਤਾਂ ਉਹਨਾਂ ਦੇ ਆਉਣ 'ਚ 4 ਮਹੀਨੇ ਬਾਕੀ ਸੀ, ਪਰ ਸਾਵਿਤਰੀ ਜੀ ਖੁਸ਼ੀ ਦੇ ਮਾਰੇ ਫੁੱਲੀ ਨਹੀਂ ਸਮਾਉਂਦੀ ਸੀ। ਆਪਣੀ ਨੂੰਹ ਦਾ ਧਿਆਨ ਰੱਖਦੀ, ਉਸ ਨੂੰ ਕੰਮ ਨਾ ਕਰਨ ਦਿੰਦੀ, ਪਰ ਨੂੰਹ ਫੇਰ ਵੀ ਕਿਸੇ ਕੰਮ ਵਿੱਚ ਕਮੀ ਕੱਢ ਦਿੰਦੀ। ਪਰ ਸਾਵਿਤਰੀ ਜੀ ਗੁੱਸਾ ਨਹੀਂ ਕਰਦੀ ਸੀ। ਜਦੋਂ ਦਾ ਉਸ ਨੂੰ ਪਤਾ ਲੱਗਿਆ ਸੀ ਕਿ ਉਸ ਦੀ ਨੂੰਹ ਮਾਂ ਬਣਨ ਵਾਲੀ ਹੈ ਤਾਂ ਪਿੰਡ ਵਿੱਚ ਸਭ ਨੂੰ ਆਪਣੇ ਹੱਥ ਦੇ ਬਣੇ ਲੱਡੂ ਵੰਡੇ ਸੀ। ਇਹ ਕੁਦਰਤ ਦਾ ਕਹਿਰ ਸੀ ਕਿ ਉਸ ਦੀ ਇੱਛਾ ਅਧੂਰੀ ਰਹਿਣ ਵਾਲੀ ਸੀ। ਮਾਂ ਆਪਣੇ ਪੁੱਤ ਦੇ ਬਚਪਨ ਦੇ ਬਾਰੇ ਸੋਚ ਰਹੀ ਸੀ ਅਤੇ ਉਹ ਸਾਰੀਆਂ ਗੱਲਾਂ ਨੂੰ ਯਾਦ ਕਰ ਰਹੀ ਸੀ ਕਿ ਅਚਾਨਕ ਉਸ ਦੇ ਦਿਲ ਵਿੱਚ ਦਰਦ ਹੋਇਆ ਤੇ ਉਸ ਤੋਂ ਬਰਦਾਸ਼ਤ ਨਾ ਹੋਇਆ। ਉਸ ਨੇ ਆਪਣੇ ਪੁੱਤ ਨੂੰ ਬੁਲਾਉਣਾ ਚਾਹਿਆ, ਪਰ ਕਿੱਦਾਂ ਬੁਲਾਉਂਦੀ? ਪੁੱਤ ਦੀ ਤਰੱਕੀ ਦਾ ਸਵਾਲ ਸੀ। ਅੱਜ ਇਹ ਤਰੱਕੀ ਦਾ ਸਵਾਲ ਉਸ ਦੀ ਮੌਤ ਦਾ ਸਵਾਲ ਬਣ ਜਾ ਰਿਹਾ ਸੀ। ਮਾਂ ਆਪਣੇ ਪੁੱਤ ਦੀ ਤਰੱਕੀ ਵਿੱਚ ਰੁਕਾਵਟ ਨਹੀਂ ਬਣਨਾ ਚਾਹੁੰਦੀ ਸੀ, ਕਿਉਂਕਿ ਜੇ ਉਹ ਉਸ ਨੂੰ ਆਵਾਜ਼ ਲਾਉਂਦੀ ਤਾਂ ਪੁੱਤ ਤਾਂ ਝੂਠ ਫੜਿਆ ਜਾਂਦਾ ਤੇ ਉਸ ਦੀ ਮਾਂ ਜਿਉਂਦੀ ਹੈ। ਜਦੋਂ ਇਹ ਸੱਚ ਸਾਹਮਣੇ ਆਉਂਦਾ ਤਾਂ ਉਸ ਦੀ ਤਰੱਕੀ ਕੀ, ਉਸ ਦੀ ਨੌਕਰੀ ਵੀ ਚਲੀ ਜਾਂਦੀ ਤੇ ਮਾਂ ਇਹ ਨਹੀਂ ਚਾਹੁੰਦੀ ਸੀ ਕਿ ਉਸ ਦੀ ਨੌਕਰੀ ਜਾਵੇ ਤੇ ਉਸ ਦੀ ਤਰੱਕੀ ਰੁਕ ਜਾਵੇ। ਇਸ ਲਈ ਉਸ ਦਰਦ ਨੂੰ ਸਹਿਣ ਕਰਦੀ ਰਹੀ। ਇੰਨਾ ਤੇਜ਼ ਹੋ ਗਿਆ ਸੀ ਕਿ ਸਾਹ ਵੀ ਰੁਕ ਰਹੇ ਸੀ। ਹੁਣ ਸਾਵਿਤਰੀ ਜੀ ਸਮਝ ਗਈ ਸੀ ਕਿ ਵਕਤ ਨੇੜੇ ਆ ਗਿਆ ਹੈ। ਇਸ ਦੁਨੀਆ ਤੋਂ ਜਾਣ ਲਈ ਇੱਕ ਵਾਰੀ ਉਹ ਆਪਣੇ ਪੁੱਤ ਨੂੰ ਦੇਖਣਾ ਚਾਹੁੰਦੀ ਸੀ ਕਿ ਪੁੱਤ ਦਾ ਚਿਹਰਾ ਦੇਖ ਲਵਾਂ। ਪੁੱਤ ਦੀ ਤਰੱਕੀ ਦਾ ਜੋ ਸਵਾਲ ਸੀ। ਫਿਰ ਤੋਂ ਮਾਂ ਨੇ ਆਪਣੇ ਆਪ ਨੂੰ ਰੋਕ ਲਿਆ ਤੇ ਉਸ ਦੀ ਤਰੱਕੀ ਦੀ ਖਾਤਰ ਬੰਦ ਕਮਰੇ ਵਿੱਚੋਂ ਮਾਂ ਇਸ ਦੁਨੀਆ ਤੋਂ ਚਲੀ ਗਈ ਸੀ। ਪਰਮਾਤਮਾ ਨੇ ਉਸ ਨੂੰ ਇਸ ਦੁੱਖ ਤੋਂ ਮੁਕਤ ਕਰ ਦਿੱਤਾ ਸੀ ਜੋ ਉਸ ਨੂੰ ਪੁੱਤ ਦੇ ਰਿਹਾ ਸੀ। ਸ਼ਾਇਦ ਇਸ ਲਈ ਉਸ ਦੇ ਸਾਹ ਖੋਹ ਲਏ ਸੀ ਕਿ ਪਤਾ ਇਸ ਦੁਨੀਆ ਤੋਂ ਜਾ ਕੇ ਉਸ ਨੂੰ ਦੂਜੀ ਦੁਨੀਆ ਵਿੱਚ ਖੁਸ਼ੀ ਮਿਲੇ ਜੋ ਇਸ ਦੁਨੀਆ ਵਿੱਚ ਨਹੀਂ ਮਿਲ ਪਾਈ। ਇੱਧਰ ਮਾਂ ਦੇ ਸਾਹ ਰੁਕੇ ਤੇ ਪੁੱਤ ਨੂੰ ਅਫਸਰ ਨੇ ਤਰੱਕੀ ਦੇ ਦਿੱਤੀ ਤੇ ਹੁਣ ਅਫਸਰ ਤੇ ਉਸ ਦੀ ਘਰਵਾਲੀ ਚਲੇ ਗਏ
ਤੇ ਪੁੱਤ ਨੂੰ ਅਚਾਨਕ ਮਾਂ ਦਾ ਧਿਆਨ ਆਇਆ। ਉਸ ਨੂੰ ਲੱਗ ਰਿਹਾ ਸੀ ਕੁਝ ਗਲਤ ਹੋ ਗਿਆ। ਉਸਨੇ ਆਪਣੀ ਘਰਵਾਲੀ ਨੂੰ ਕਿਹਾ ਕਿ ਮਾਂ ਦੇ ਲਈ ਰੋਟੀ ਲੈ ਕੇ ਆ। ਮਾਂ ਨੇ ਸਵੇਰ ਦਾ ਕੁਝ ਨਹੀਂ ਖਾਧਾ। ਜਦੋਂ ਉਸਦੀ ਘਰਵਾਲੀ ਰੋਟੀ ਲੈ ਕੇ ਕਮਰੇ ਵਿੱਚ ਗਈ ਤਾਂ ਉਸਨੇ ਦੇਖਿਆ ਕਿ ਉਸਦੀ ਮਾਂ ਆਪਣੇ ਕਮਰੇ ਵਿੱਚ ਮਰੀ ਪਈ ਸੀ ਤੇ ਪੁੱਤ ਜ਼ੋਰ-ਜ਼ੋਰ ਦੀ ਰੋ ਰਿਹਾ ਸੀ ਤੇ ਆਪਣੀ ਮਾਂ ਨੂੰ ਕਹਿਣ ਲੱਗਿਆ, ਮਾਂ ਤੂੰ ਵਾਪਸ ਆ ਜਾ। ਪੁੱਤ ਆਪਣੀ ਮਰੀ ਮਾਂ ਨੂੰ ਕਹਿ ਰਿਹਾ ਸੀ, ਮੈਨੂੰ ਮਾਫ਼ ਕਰ ਦੇ, ਬਸ ਕੁਝ ਦੇਰ ਲਈ ਹੀ ਤੈਨੂੰ ਕਮਰੇ ਵਿੱਚ ਬੰਦ ਕੀਤਾ ਸੀ, ਪਰ ਤੂੰ ਤਾਂ ਹਮੇਸ਼ਾ ਲਈ ਚਲੀ ਗਈ। ਪੁੱਤ ਦੀ ਨਜ਼ਰ ਉੱਥੇ ਪਏ ਕਾਗਜ਼ ਤੇ ਪਈ ਜੋ ਜ਼ਮੀਨ ਤੇ ਪਿਆ ਸੀ ਤੇ ਜਿਸ ਵਿੱਚ ਲਿਖਿਆ ਸੀ, ਮੇਰੇ ਮਰਨ ਤੋਂ ਬਾਅਦ ਮੇਰਾ ਘਰ ਤੇ ਜ਼ਮੀਨ ਸਭ ਮੇਰੇ ਨੂੰਹ ਤੇ ਪੁੱਤ ਦਾ ਹੈ। ਇਹ ਦੇਖ ਕੇ ਉਹ ਦੋਨੋਂ ਹੀ ਉੱਚੀ-ਉੱਚੀ ਰੋਣ ਲੱਗੇ। ਅੱਜ ਉਹਨਾਂ ਨੂੰ ਪਛਤਾਵਾ ਹੋ ਰਿਹਾ ਸੀ ਤੇ ਨੂੰਹ ਕਹਿ ਰਹੀ ਸੀ ਕਿ ਮਾਂ ਮੈਨੂੰ ਮਾਫ਼ ਕਰ ਦੇ, ਮੈਂ ਤੈਨੂੰ ਕਿੰਨਾ ਗਲਤ ਸਮਝਦੀ ਸੀ, ਪਰ ਤੁਸੀਂ ਮੈਨੂੰ ਕਦੀ ਕੁਝ ਨਹੀਂ ਕਿਹਾ, ਆਪਣੀ ਧੀ ਵਾਂਗ ਪਿਆਰ ਕੀਤਾ। ਉਹ ਏਦਾਂ ਹੀ ਰੋ ਰਹੇ ਸੀ, ਪਰ ਅਫਸੋਸ ਹੁਣ ਸਾਵਿਤਰੀ ਜੀ ਨੇ ਕਦੇ ਨਹੀਂ ਉੱਠਣਾ ਸੀ। ਇੰਨੇ ਵਿੱਚ ਦੁਬਾਰਾ ਉਸ ਦਾ ਅਫਸਰ ਆਪਣੀ ਘਰਵਾਲੀ ਨਾਲ ਆਇਆ ਕਿਉਂਕਿ ਉਹ ਆਪਣੀ ਗੱਡੀ ਦੀ ਚਾਬੀ ਭੁੱਲ ਗਏ ਸੀ। ਜਦੋਂ ਰੋਣ ਦੀ ਆਵਾਜ਼ ਸੁਣੀ ਤਾਂ ਦੋਨੋਂ ਮਾਂ ਦੇ ਕਮਰੇ ਵਿੱਚ ਆ ਗਏ ਤੇ ਦੇਖ ਕੇ ਹੈਰਾਨ ਰਹਿ ਗਏ ਕਿ ਮਾਂ ਜ਼ਮੀਨ ਤੇ ਮਰੀ ਪਈ ਹੈ। ਅਫਸਰ ਨੇ ਕਿਹਾ ਕਿ ਤੁਹਾਡੀ ਮਾਂ ਤਾਂ ਪਹਿਲਾਂ ਹੀ ਮਰ ਗਈ ਸੀ। ਉਹਨਾਂ ਨੂੰ ਸਾਵਿਤਰੀ ਜੀ ਦੇ ਮੁੰਡੇ ਤੇ ਗੁੱਸਾ ਆ ਰਿਹਾ ਸੀ, ਜਿਸਨੇ ਝੂਠ ਬੋਲਿਆ ਤੇ ਆਪਣੀ ਜਿਉਂਦੀ ਮਾਂ ਨੂੰ ਪਹਿਲਾਂ ਹੀ ਮਾਰ ਦਿੱਤਾ ਸੀ। ਉਸਨੇ ਕਿਹਾ, ਜੇ ਮੈਂ ਚਾਹਾਂ ਤਾਂ ਮੈਂ ਤੇਰੀ ਤਰੱਕੀ ਖੋ ਸਕਦਾ, ਪਰ ਮੈਂ ਏਦਾਂ ਨਹੀਂ ਕਰਾਂਗਾ। ਜੇ ਮੈਂ ਏਦਾਂ ਕਰਿਆ ਤਾਂ ਮਾਂ ਦੀ ਕੁਰਬਾਨੀ ਬਰਬਾਦ ਚਲੀ ਜਾਊਗੀ, ਜੋ ਮੈਂ ਨਹੀਂ ਕਰ ਸਕਦਾ। ਪਰ ਮੈਂ ਤੈਨੂੰ ਇੰਨਾ ਹੀ ਕਹਾਂਗਾ ਕਿ ਤਰੱਕੀ ਦੇ ਚੱਕਰ ਵਿੱਚ ਤੂੰ ਆਪਣੀ ਜ਼ਿੰਦਗੀ ਦੀ ਬਹੁਤ ਕੀਮਤੀ ਚੀਜ਼ ਖੋ ਚੁੱਕਿਆ ਹੈ। ਤਰੱਕੀ ਤਾਂ ਤੈਨੂੰ ਫੇਰ ਵੀ ਮਿਲ ਜਾਂਦੀ, ਪਰ ਮਾਂ ਦੁਬਾਰਾ ਨਹੀਂ ਮਿਲਦੀ। ਜਦੋਂ ਮਾਂ ਜਿਉਂਦੀ ਸੀ ਉਸ ਕੋਲ ਬਹੁਤ ਸ਼ਬਦ ਸੀ, ਪਰ ਸੁਣਨ ਵਾਲਾ ਕੋਈ ਨਹੀਂ ਸੀ। ਪਰ ਅੱਜ ਪੁੱਤ ਕੋਲ ਬਹੁਤ ਸ਼ਬਦ ਸੀ, ਪਰ ਆਪਣੀ ਮਾਂ ਲਈ ਕਹਿਣ ਲਈ, ਪਰ ਅੱਜ ਮਾਂ ਨਹੀਂ ਸੀ ਉਸ ਦੇ ਸ਼ਬਦਾਂ ਨੂੰ ਸੁਣਨ ਲਈ। ਆਖਰ ਵਿੱਚ ਇੰਨਾ ਹੀ ਕਹਾਂਗੇ ਕਿ ਮਾਂ ਨੂੰ ਖੋਣ ਤੋਂ ਬਾਅਦ ਦੁਨੀਆ ਦਾ ਹਰ ਪੁੱਤ ਤੇ ਧੀ ਸਭ ਤੋਂ ਗਰੀਬ ਇਨਸਾਨ ਹੁੰਦੇ ਨੇ। ਦੋਸਤੋ, ਇਸ ਦੁਨੀਆ ਵਿੱਚ ਸਭ ਕੁਝ ਮਿਲ ਸਕਦਾ, ਪੈਸਾ, ਤਰੱਕੀ, ਪਰ ਮਾਂ ਸਿਰਫ ਇੱਕ ਵਾਰੀ ਮਿਲਦੀ ਹੈ। ਜੇ ਸਾਡੇ ਕੋਲ ਹੈ ਤਾਂ ਅਸੀਂ ਇਸ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਹਾਂ। ਜਿਸ ਨੇ ਆਪਣੀ ਮਾਂ ਨੂੰ ਖੋ ਦਿੱਤਾ, ਉਹ ਇਸ ਦੁਨੀਆ ਵਿੱਚ ਸਭ ਤੋਂ ਗਰੀਬ ਉਹੀ ਇਨਸਾਨ ਹੈ। ਤੇ ਜੋ ਆਪਣੀ ਮਾਂ ਨੂੰ ਪਿਆਰ ਕਰਦਾ ਹੈ, ਉਹ ਇਸ ਕਹਾਣੀ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਤੇ ਸ਼ੇਅਰ ਕਰਿਓ ਜੀ। ਚੈਨਲ ਤੇ ਪਹਿਲੀ ਵਾਰੀ ਆਏ ਹੋ, ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਕੁਝ ਅਜਿਹੇ ਬੱਚਿਆਂ ਕੋਲ ਕਹਾਣੀ ਪਹੁੰਚ ਸਕੇ ਜੋ ਮਾਂ-ਪਿਓ ਦੀ ਕਦਰ ਨਹੀਂ ਕਰਦੇ ਤੇ ਆਪਣੇ ਮਾਂ-ਪਿਓ ਦੀ ਕਦਰ ਕਰਨ। ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ। ਆਪਾਂ ਫੇਰ ਮਿਲਾਂਗੇ ਨਵੀਂ ਕਹਾਣੀ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।